Hello students, how are you? We are going to start next sixth lesson. The earth is not ours. Author is Kofi Annan. This chapter contains the inaugural speech delivered by Kofi Annan. ਇਹ ਜੋ ਚੈਪਟਰ ਹੈ ਇਸ ਲੈਸਨ ਦੇ ਵਿੱਚ ਉਹ ਇੱਕ ਇਨਐਗੂਰਲ ਸਪੀਚ ਇੱਕ ਸ਼ੁਰੂਆਤੀ ਭਾਸ਼ਣ ਸ਼ਾਮਿਲ ਕੀਤਾ ਗਿਆ ਹੈ ਜੋ ਦਿੱਤਾ ਗਿਆ ਸੀ ਡਿਲੀਵਰ ਕੀਤਾ ਗਿਆ ਸੀ ਕਾਫੀ ਅਨਾਨ ਦੇ ਦੁਆਰਾ ਔਰ ਕਾਫੀ ਅਨਾਨ ਕੌਣ ਸੀ ਯੂਨੈਸਕੋ ਦਾ ਸਕੱਤਰ ਸੀ ਜਨਰਲ ਸਕੱਤਰ ਸੀ ਔਰ ਇਹ ਕਿਹੜਾ ਸੈਸ਼ਨ ਸੀ ਜਨਰਲ ਅਸੈਂਬਲੀ ਦਾ 55th ਸੈਸ਼ਨ ਔਰ ਇਹ ਸੈਸ਼ਨ ਕਦੋਂ ਹੋਇਆ 2000 ਦੇ ਵਿੱਚ ਇਨ ਸਪੀਚ ਆਪਣੀ ਸਪੀਚ ਵਿੱਚ ਕਾਫੀ ਅਨਾਨ ਸੇਜ਼ ਕਾਫੀ ਅਨਾਨ ਕਹਿੰਦੇ ਹਨ ਕਿ ਦੀ ਵਰਲਡ ਹੈਜ਼ ਬਿਕਮ ਇੰਟਰਕਨੈਕਟਡ ਐਜ਼ ਇਟ ਨੈਵਰ ਬਿਫੋਰ ਵਾਸ ਆਪਣੀ ਸਪੀਚ ਵਿੱਚ ਦੱਸਦੇ ਹਨ ਕਿ ਸੰਸਾਰ ਇੰਟਰਕਨੈਕਟਡ ਹੋ ਚੁੱਕਿਆ ਹੈ ਅੰਤਰ ਸੰਬੰਧਿਤ ਹੋ ਚੁੱਕਿਆ ਹੈ ਇਹਨਾਂ ਪਹਿਲਾਂ ਨਹੀਂ ਸੀ ਗਰੁੱਪਸ ਐਂਡ ਇੰਡੀਵਿਜੂਅਲ ਕੈਨ ਇੰਟਰੈਕਟ ਆਲਮੋਸਟ ਫ੍ਰੀਲੀ ਅਕ੍ਰੋਸ ਬਾਰਡਰਸ ਜਿਹੜੇ ਗਰੁੱਪਸ ਨੇ ਜਿਹੜੇ ਸਮੂਹ ਨੇ ਔਰ ਜਿਹੜੇ ਵੱਖਰੇ ਵੱਖਰੇ ਵਿਅਕਤੀ ਨੇ ਉਹ ਫ੍ਰੀਲੀ ਮੁਕਤ ਰੂਪ ਨਾਲ ਬਾਰਡਰਸ ਅਕ੍ਰੋਸ ਬਾਰਡਰਸ ਸਰਹੱਦਾਂ ਦੇ ਆਰ ਪਾਰ ਇੰਟਰੈਕਟ ਕਰ ਸਕਦੇ ਹਨ ਆਦਾਨ ਪ੍ਰਦਾਨ ਕਰ ਸਕਦੇ ਹਨ ਇੰਟਾਇਰ ਵਰਲਡ ਕੈਨ ਬੀ ਟ੍ਰੀਟਡ ਸਾਰੇ ਸੰਸਾਰ ਨੂੰ ਟ੍ਰੀਟ ਕੀਤਾ ਜਾ ਸਕਦਾ ਹੈ ਇੱਕ ਐਜ਼ ਦੀ ਫੀਲਡ ਆਫ ਐਨ ਐਕਟੀਵਿਟੀ ਇੱਕ ਐਕਟੀਵਿਟੀ ਦੇ ਤੌਰ 'ਤੇ ਸਾਰੇ ਸੰਸਾਰ ਨੂੰ ਇੱਕ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ ਔਰ ਇਸ ਨੂੰ ਅਸੀਂ ਕੀ ਕਹਿੰਦੇ ਹਾਂ ਵੀ ਕੈਨ ਕਾਲ ਇਟ ਗਲੋਬਲਾਈਜੇਸ਼ਨ ਵਿਸ਼ਵੀਕਰਨ ਗਲੋਬਲਾਈਜੇਸ਼ਨ ਇੱਕ ਨਵਾਂ ਟ੍ਰੈਂਡ ਹੈ ਨਵਾਂ ਰੁਝਾਨ ਹੈ ਇਸ ਦੇ ਇਟ ਹੈਜ਼ ਇਟਸ ਡੇਂਜਰਸ ਇਸ ਦੇ ਖਤਰੇ ਵੀ ਨੇ ਔਰ ਇਸ ਦੇ ਬੈਨੀਫਿਟਸ ਵੀ ਨੇ ਦੇਰ ਕੈਨ ਬੀ ਐਨ ਇਨਕਰੀਜ਼ ਔਰ ਗਲੋਬਲਾਈਜੇਸ਼ਨ ਨਾਲ ਕੀ ਹੋ ਸਕਦਾ ਹੈ ਵਾਧਾ ਹੋ ਸਕਦਾ ਹੈ ਕ੍ਰਾਈਮ ਦੇ ਵਿੱਚ ਜੁਰਮ ਦੇ ਵਿੱਚ ਟੈਰਰਿਜ਼ਮ ਅੱਤਵਾਦ ਦੇ ਵਿੱਚ ਔਰ ਸਮਗਲਿੰਗ ਆਫ ਵੈਪਨਸ ਐਂਡ ਨਾਰਕੋਟਿਕਸ ਹਥਿਆਰਾਂ ਔਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ ਇਸ ਦੇ ਨੁਕਸਾਨ ਹਨ ਗਲੋਬਲਾਈਜੇਸ਼ਨ ਦੇ ਲੇਕਿਨ ਇਸ ਦੇ ਫਾਇਦੇ ਵੀ ਹਨ ਬਟ ਗਲੋਬਲਾਈਜੇਸ਼ਨ ਹੈਜ਼ ਅ ਨੰਬਰ ਆਫ ਬੈਨੀਫਿਟਸ ਆਲਸੋ ਜੋ ਗਲੋਬਲਾਈਜੇਸ਼ਨ ਹੈ ਉਹ ਲਿਜਾ ਸਕਦਾ ਹੈ ਇੱਕ ਵਧੀਆ ਸਮਝ ਦੇ ਵੱਲ ਕਿਹਦੇ ਵਿਚਾਲੇ ਰਾਸ਼ਟਰਾਂ ਦੇ ਵਿਚਕਾਰ ਇੱਕ ਵਧੀਆ ਸਮਝ ਵੱਲ ਗਲੋਬਲਾਈਜੇਸ਼ਨ ਲਿਜਾ ਸਕਦਾ ਹੈ ਇਟ ਕੈਨ ਹੈਲਪ ਅਸ ਔਰ ਗਲੋਬਲਾਈਜੇਸ਼ਨ ਸਾਡੀ ਹੈਲਪ ਕਰ ਸਕਦਾ ਹੈ ਕਿਸ ਨੂੰ ਟੇਕਲ ਕਰਨ ਦੇ ਵਿੱਚ ਗਲੋਬਲ ਇਸ਼ੂਜ਼ ਨੂੰ ਬਹੁਤ ਜ਼ਿਆਦਾ ਇਫੈਕਟਿਵਲੀ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਇਟ ਕੈਨ ਲੀਡ ਟੂ ਨਿਊ ਅਪਰਚੁਨਿਟੀਜ਼ ਫਾਸਟਰ ਗਰੋਥ ਐਂਡ ਹਾਇਰ ਸਟੈਂਡਰਡ ਆਫ ਲਿਵਿੰਗ ਜੋ ਗਲੋਬਲਾਈਜੇਸ਼ਨ ਹੈ ਉਹ ਲਿਜਾ ਸਕਦਾ ਹੈ ਨਵੇਂ ਮੌਕਿਆਂ ਦੇ ਵੱਲ ਤੇਜ਼ੀ ਨਾਲ ਵਿਕਾਸ ਵੱਲ ਲਿਜਾ ਸਕਦਾ ਹੈ ਔਰ ਸਟੈਂਡਰਡ ਆਫ ਲਿਵਿੰਗ ਔਰ ਰਹਿਣ ਸਹਿਣ ਦੇ ਉੱਚ ਪੱਧਰ ਵੱਲ ਲਿਜਾ ਸਕਦਾ ਹੈ ਦਸ ਗਲੋਬਲਾਈਜੇਸ਼ਨ ਕੈਨ ਹੈਲਪ ਔਰ ਇਸ ਤਰ੍ਹਾਂ ਗਲੋਬਲਾਈਜੇਸ਼ਨ ਹੈਲਪ ਕਰ ਸਕਦਾ ਹੈ ਟੂ ਫਾਈਟ ਦੀ ਪ੍ਰੋਬਲਮਸ ਆਫ ਪਾਵਰਟੀ ਇਨ ਦੀ ਵਰਲਡ ਸੰਸਾਰ ਦੇ ਵਿੱਚ ਪਾਵਰਟੀ ਗਰੀਬੀ ਦੀ ਸਮੱਸਿਆ ਨਾਲ ਜੂਝਣ ਵਿੱਚ ਸਾਡੀ ਮਦਦ ਕਰ ਸਕਦਾ ਹੈ ਲੜਨ ਵਿੱਚ ਸਾਡੀ ਮਦਦ ਕਰ ਸਕਦਾ ਹੈ ਫਿਰ ਕਾਫੀ ਨਾਲ ਗਲੋਬਲ ਇਸ਼ੂਜ਼ ਦਾ ਵਰਗੀਕਰਨ ਕਰਦਾ ਹੈ 3 ਹੈਡਿੰਗਸ ਦੇ ਵਿੱਚ ਕਿਹੜੀਆਂ 3 ਹੈਡਿੰਗਸ ਨੇ ਪਹਿਲਾਂ ਤੋਂ ਗੱਲ ਕਰਦਾ ਹੈ ਕਿ ਆਜ਼ਾਦੀ ਮਿਲੇ ਗਰੀਬੀ ਤੋਂ ਫਿਰ ਆਜ਼ਾਦੀ ਮਿਲੇ ਫੀਅਰ ਆਫ ਵਾਰਸ ਦੇ ਡਰ ਤੋਂ ਯੁੱਧਾਂ ਦੇ ਡਰ ਤੋਂ ਫਿਰ ਫਰੀडम ਮਿਲੇ ਫਿਊਚਰ ਜਨਰੇਸ਼ਨ ਦੇ ਲਈ ਤਾਂ ਕਿ ਉਹ ਸਰਵਾਈਵ ਕਰ ਸਕਣ ਤਾਂ ਕਿ ਜਿਉਂਦੇ ਰਹਿ ਸਕਣ ਉਹ ਇਸ ਪਲੈਨਟ ਦੇ ਉੱਪਰ ਇਸ ਧਰਤੀ ਦੇ ਉੱਪਰ ਇਸ ਪਲੈਨਟ ਦੇ ਉੱਪਰ ਇਸ ਗ੍ਰਹਿ ਦੇ ਉੱਪਰ ਫਸਟ ਆਫ ਆਲ ਕਾਫੀ ਅਨਾਨ ਟਾਕਸ ਅਬਾਊਟ ਫਰੀडम ਫਰੋਮ ਪਾਵਰਟੀ ਸਭ ਤੋਂ ਪਹਿਲਾਂ ਕਾਫੀ ਅਨਾਨ ਗੱਲ ਕਰਦਾ ਹੈ ਕਿ ਮੁਕਤੀ ਮਿਲੇ ਗਰੀਬੀ ਤੋਂ ਹੀ ਸੇਜ਼ ਦੈਟ ਐਟ ਪ੍ਰੈਜ਼ੈਂਟ ਉਹ ਦੱਸਦਾ ਹੈ ਕਿ ਵਰਤਮਾਨ ਵਿੱਚ ਹਾਫ ਆਫ ਦੀ ਹਿਊਮਨ ਰੇਸ ਇਜ਼ ਲਿਵਿੰਗ ਇਨ ਪਾਵਰਟੀ ਕਿ ਲਗਭਗ ਜੋ ਅੱਧੀ ਆਬਾਦੀ ਉਹ ਗਰੀਬੀ ਵਿੱਚ ਰਹਿ ਰਹੀ ਹੈ ਓਵਰ ਅ ਬਿਲੀਅਨ ਪੀਪਲ ਔਰ 1 ਅਰਬ ਤੋਂ ਵੱਧ ਲੋਕਾਂ ਨੂੰ ਡੋਂਟ ਗੈਟ ਈਵਨ 2 ਮੀਲਸ ਅ ਡੇ ਇੱਕ ਦਿਨ ਵਿੱਚ 2 ਟਾਈਮ ਦਾ ਭੋਜਨ ਵੀ ਨਹੀਂ ਮਿਲਦਾ ਦੇ ਡੋਂਟ ਗੈਟ ਸੇਵ ਵਾਟਰ ਔਰ ਉਹਨਾਂ ਨੂੰ ਪੀਣ ਲਈ ਸੁਰੱਖਿਅਤ ਪਾਣੀ ਨਹੀਂ ਮਿਲਦਾ ਦੇ ਹੈਵ ਟੂ ਲਿਵ ਇਨ ਉਹਨਾਂ ਨੂੰ ਰਹਿਣਾ ਪੈਂਦਾ ਹੈ ਕਿਸ ਦੇ ਵਿੱਚ ਡਰਟੀ ਕੰਡੀਸ਼ਨਸ ਦੇ ਵਿੱਚ
ਗੰਦੇ ਹਾਲਾਤਾਂ ਵਿੱਚ ਰਹਿਣਾ ਪੈਂਦਾ ਹੈ। ਕੋਫੀ ਅਨਾਨ ਵਾਂਟਸ ਦੀ ਵਰਲਡ ਟੂ ਹੈਵ ਫਰੀडम ਫਰੋਮ ਪਾਵਰਟੀ, ਔਰ ਕੋਫੀ ਅਨਾਨ ਚਾਹੁੰਦਾ ਹੈ ਕਿ ਸੰਸਾਰ ਨੂੰ ਮੁਕਤੀ ਮਿਲੇ। ਕਿਸ ਤੋਂ ਮੁਕਤੀ ਮਿਲੇ? ਗਰੀਬੀ ਤੋਂ। ਦੈਨ ਇਟ ਟਾਕਸ ਆਫ ਫਰੀडम, ਫਿਰ ਉਹ ਗੱਲ ਕਰਦਾ ਹੈ ਕਿ ਮੁਕਤੀ ਮਿਲੇ ਸੰਸਾਰ ਨੂੰ। ਕਿਸ ਤੋਂ ਮੁਕਤੀ ਮਿਲੇ? ਫਰੋਮ ਫੀਅਰ ਆਫ ਵਾਰਸ, ਯੁੱਧਾਂ ਦੇ ਡਰ ਤੋਂ, ਵੀ ਉਸ ਨੂੰ ਡਰ ਨਾ ਰਵੇ ਜੰਗ ਦਾ। ਮੈਨ ਹੈਜ਼ ਆਲਵੇਜ਼ ਬੀਨ ਇਨ ਦੀ ਫੀਅਰ ਆਫ ਵਾਰਸ, ਜੋ ਆਦਮੀ ਹੈ ਉਹ ਹਮੇਸ਼ਾ ਡਰ ਵਿੱਚ ਰਿਹਾ ਹੈ। ਕਿਸ ਦੇ ਡਰ ਵਿੱਚ? ਵਾਰਸ ਦੇ ਡਰ ਵਿੱਚ। ਪ੍ਰੀਵੀਅਸਲੀ ਦੇਰ ਵਰ ਬਿਟਵੀਨ ਸਟੇਟਸ, ਪਹਿਲਾਂ ਇਹ ਜੰਗ ਹੁੰਦੀ ਸੀ ਰਾਸ਼ਟਰਾਂ ਵਿਚਾਲੇ, ਬਟ ਨਾਓ ਦੇਰ ਆਰ ਇਟਰਨਲ ਵਾਰਸ, ਲੇਕਿਨ ਹੁਣ ਅੰਦਰੂਨੀ ਯੁੱਧ ਹਨ। ਡਿਫਰੈਂਟ ਗਰੁੱਪਸ ਇਨ ਅ ਕੰਟਰੀ ਫਾਈਟ ਅਮੰਗ ਦੈਮਸੈਲਵਸ, ਔਰ ਇੱਕ ਦੇਸ਼ ਦੇ ਵਿੱਚ ਜਿਹੜੇ ਅਲੱਗ-ਅਲੱਗ ਗਰੁੱਪ ਹਨ ਉਹ ਆਪਸ ਵਿੱਚ ਲੜਦੇ ਹਨ। ਸੱਚ ਵਾਰਸ ਰਿਜ਼ਲਟ ਫਰੋਮ ਅਨਫੇਅਰ ਡਿਸਟਰੀਬਿਊਸ਼ਨ ਆਫ ਪਾਵਰ ਐਂਡ ਵੈਲਥ, ਇਸ ਪ੍ਰਕਾਰ ਦੇ ਜਿਹੜੇ ਯੁੱਧ ਨੇ ਉਹ ਸੰਪਤੀ, ਵੈਲਥ ਦੇ ਅਨਫੇਅਰ, ਅਨਿਆਂ ਸੰਗਤ ਵੰਡ ਦਾ ਨਤੀਜਾ ਹੁੰਦੇ ਹਨ। ਇਸ ਤਰ੍ਹਾਂ ਸੱਚ ਵਾਰਸ ਰਿਜ਼ਲਟ, ਇਸ ਤਰ੍ਹਾਂ ਦੇ ਵਾਰਸ ਨਾਲ ਫਿਰ ਰਿਜ਼ਲਟ ਪੈਦਾ ਹੁੰਦਾ ਹੈ ਜਿਸ ਨਾਲ ਪਾਵਰ ਔਰ ਵੈਲਥ ਦੀ ਚੰਗੀ ਤਰ੍ਹਾਂ ਡਿਸਟਰੀਬਿਊਸ਼ਨ ਨਹੀਂ ਹੁੰਦੀ, ਵੰਡ ਨਹੀਂ ਹੁੰਦੀ। ਮੋਸਟ ਆਫ ਦੀ ਇਟਰਨਲ ਵਾਰਸ ਆਰ ਫੌਟ ਇਨ ਪੂਅਰ ਕੰਟਰੀਜ਼ ਔਰ ਇਨ ਕੰਟਰੀਜ਼ ਦੈਟ ਆਰ ਬੈਡਲੀ ਗਵਰਨਡ। ਜ਼ਿਆਦਾਤਰ ਜਿਹੜੇ ਅੰਦਰੂਨੀ ਯੁੱਧ ਹਨ ਉਹ ਲੜੇ ਜਾਂਦੇ ਹਨ ਕਿਹਨਾਂ ਵਿੱਚ? ਗਰੀਬ ਦੇਸ਼ਾਂ ਵਿੱਚ ਲੜੇ ਜਾਂਦੇ ਹਨ, ਜਾਂ ਆਰ ਇਨ ਕੰਟਰੀਜ਼ ਦੈਟ ਆਰ ਬੈਡਲੀ ਗਵਰਨਡ, ਜਾਂ ਅਜਿਹੇ ਦੇਸ਼ਾਂ ਵਿੱਚ ਹੁੰਦੇ ਹਨ ਜੋ ਜਿਨ੍ਹਾਂ ਉੱਪਰ ਸ਼ਾਸਨ ਕੀਤਾ ਜਾਂਦਾ ਹੈ। ਇਨ ਦੀ ਲਾਸਟ ਡਿਕੇਡ ਮੋਰ ਦੈਨ 5 ਮਿਲੀਅਨ ਲਾਈਵਸ ਵਰ ਲੋਸਟ ਇਨ ਇਟਰਨਲ ਵਾਰਸ, ਔਰ ਪਿਛਲੇ ਦਹਾਕੇ ਵਿੱਚ 50 ਲੱਖ ਤੋਂ ਵੱਧ ਲੋਕ ਮਾਰੇ ਗਏ। ਕਿਸ ਦੇ ਵਿੱਚ? ਇਟਰਨਲ ਵਾਰਸ ਦੇ ਵਿੱਚ। ਮੈਨੀ ਟਾਈਮਸ ਦੈਟ ਨੰਬਰ ਵਰ ਮੇਡ ਹੋਮਲੈਸ, ਔਰ ਇਸ ਸੰਖਿਆ ਤੋਂ ਕਈ ਗੁਣਾ ਜ਼ਿਆਦਾ ਬੇਘਰ ਹੋ ਗਏ। ਵੀ ਨੀਡ ਫਰੀडम ਫਰੋਮ ਦਿਸ ਫੀਅਰ ਆਲਸੋ, ਔਰ ਸਾਨੂੰ ਲੋੜ ਹੈ ਮੁਕਤੀ ਦੀ। ਕਿਸ ਤੋਂ? ਇਸ ਡਰ ਤੋਂ, ਜਿਹੜਾ ਯੁੱਧ ਦਾ ਡਰ ਹੈ, ਇਸ ਤੋਂ। ਦੈਨ ਇਟ ਟਾਕਸ ਅਬਾਊਟ, ਫਿਰ ਉਹ ਗੱਲ ਕਰਦਾ ਹੈ ਪੋਲਿਊਸ਼ਨ ਦੀ ਗੱਲ ਕਰਦਾ ਹੈ, ਉਹ ਡਿਸਟਰਕਸ਼ਨ ਆਫ ਨੈਚੁਰਲ ਰਿਸੋਰਸਿਸ, ਔਰ ਜਿਹੜੇ ਕੁਦਰਤੀ ਸੰਸਾਧਨ ਹਨ, ਜੋ ਨੈਚੁਰਲ ਰਿਸੋਰਸਿਸ ਹਨ ਉਹਨਾਂ ਦੀ ਸਮੱਸਿਆ ਬਾਰੇ, ਉਹਨਾਂ ਦੀ ਵਿਨਾਸ਼ ਬਾਰੇ। ਫਿਰ ਉਹ ਗੱਲ ਕਰਦਾ ਹੈ ਪੋਲਿਊਸ਼ਨ ਬਾਰੇ ਔਰ ਨੈਚੁਰਲ ਜੋ ਕੁਦਰਤੀ ਸੰਸਾਧਨ ਨੇ ਉਹਨਾਂ ਦੀ ਤਬਾਹੀ ਬਾਰੇ। ਡਿਊ ਟੂ ਓਵਰ ਕੰਜ਼ੰਪਸ਼ਨ, ਲੋੜ ਤੋਂ ਵੱਧ ਕੰਜ਼ੰਪਸ਼ਨ ਦੇ ਕਾਰਨ, ਲੋੜ ਤੋਂ ਵੱਧ ਉਪਭੋਗ ਦੇ ਕਾਰਨ ਜਿਹੜੇ ਸਾਡੇ ਫੋਰੈਸਟਸ ਨੇ, ਜਿਹੜੇ ਸਾਡੇ ਜੰਗਲ ਨੇ, ਜੋ ਫਿਸ਼ਰੀਜ਼, ਜੋ ਮਛਲੀ ਖੇਤਰ ਹਨ, ਜੋ ਵੈਰੀ ਸਪੈਸੀਜ਼ ਆਫ ਵਿਲਡ ਲਾਈਫ, ਔਰ ਜੋ ਜੰਗਲੀ ਜੀਵਨ ਦੀਆਂ ਜੋ ਅਨੇਕ ਪ੍ਰਜਾਤੀਆਂ ਹਨ, ਬਹੁਤ ਸਾਰੀਆਂ ਸਪੈਸੀਜ਼ ਹਨ, ਜਾਤੀਆਂ ਹਨ, ਉਹ ਖਤਮ ਹੋ ਰਹੀਆਂ ਹਨ। ਐਨ ਓਲਡ ਵਿਜ਼ਡਮ ਸੇਜ਼ ਦੈਟ ਦੀ ਅਰਥ ਇਜ਼ ਨਾਟ ਆਵਰਸ, ਇੱਕ ਪੁਰਾਣੀ ਵਿਜ਼ਡਮ ਹੈ, ਕਹਾਵਤ ਹੈ ਕਿ ਧਰਤੀ ਸਾਡੀ ਨਹੀਂ ਹੈ। ਇਟ ਇਜ਼ ਅ ਟ੍ਰੈਜ਼ਰ ਵੀ ਹੋਲਡ ਇਨ ਟਰਸਟ ਫॉर ਆਵਰ डिसेंडेंट्स, एक खजाना है जो धरती ਉਹ ਇੱਕ ਖਜ਼ਾਨਾ ਹੈ, ਟ੍ਰੈਜ਼ਰ ਹੈ, ਜਿਸ ਨੂੰ ਜੋ ਸਾਡੇ ਵਾਰਿਸਾਂ ਦੇ ਲਈ ਸਾਡੇ ਕੋਲ ਇੱਕ ਅਮਾਨਤ ਦੇ ਤੌਰ ਹੈ, ਅਮਾਨਤ ਦੇ ਤੌਰ ਤੇ ਹੈ। ਇੱਕ ਟ੍ਰੈਜ਼ਰ ਹੈ ਵੀ ਹੋਲਡ ਇਨ ਟਰਸਟ, ਜੋ ਅਮਾਨਤ ਦੇ ਤੌਰ ਤੇ ਸਾਡੇ ਕੋਲ ਹੈ। ਕਿਸ ਦੇ ਲਈ? ਸਾਡੇ ਡਿਸੈਂਡੈਂਟਸ ਦੇ ਲਈ, ਸਾਡੇ ਵਾਰਿਸਾਂ ਦੇ ਲਈ। ਦੇਅਰਫੋਰ ਵੀ ਹੈਵ ਨੋ ਰਾਈਟ, ਇਸ ਲਈ ਸਾਨੂੰ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਨਸ਼ਟ ਕਰ ਦਈਏ ਆਪਣੇ ਬੱਚਿਆਂ ਦੀ ਵਿਰਾਸਤ ਨੂੰ, ਹੈਰੀਟੇਜ ਨੂੰ। ਵੀ ਮਸਟ ਪ੍ਰੀਜ਼ਰਵ ਇਟ ਵਿਦ ਆਲ ਕੇਅਰ, ਸਾਨੂੰ ਇਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਬਹੁਤ ਜ਼ਿਆਦਾ ਸਾਵਧਾਨੀ ਦੇ ਨਾਲ। ਬਟ ਵੀ ਆਰ ਡੂਇੰਗ ਕੁਆਇਟ ਦੀ ਓਪੋਜ਼ਿਟ ਆਫ ਇਟ, ਲੇਕਿਨ ਅਸੀਂ ਇਸ ਦੇ ਉਲਟ ਕੰਮ ਕਰ ਰਹੇ ਹਾਂ। ਵੀ ਆਰ ਪਲੰਡਰਿੰਗ ਦਿਸ ਟ੍ਰੈਜ਼ਰ ਥੋਟਲੈਸਲੀ, ਪਰ ਅਸੀਂ ਕੀ ਕਰ ਰਹੇ ਹਾਂ? ਲੁੱਟ ਰਹੇ ਹਾਂ ਇਸ ਖਜ਼ਾਨੇ ਨੂੰ ਬਿਨਾਂ ਸੋਚੇ ਸਮਝੇ। In the end of his speech, Kofi Annan says that the United Nations has a significant role. अपनी स्पीच के अंत में कोफी अनान दसता है
ਕਿ ਯੂਨਾਈਟਿਡ ਨੇਸ਼ਨ ਨੇ ਇੱਕ ਮਹੱਤਵਪੂਰਨ ਰੋਲ ਅਦਾ ਕੀਤਾ ਹੈ ਟੂ ਸੋਲਵ ਥੀਸ ਪ੍ਰੋਬਲਮਸ, ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਇੱਕ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਦੀ ਯੂਟਿਲਿਟੀ ਆਫ ਦੀ ਯੂਨਾਈਟਿਡ ਨੇਸ਼ਨਸ ਵਿਲ ਬੀ ਜਜਡ ਔਨ ਹਾਊ ਥੀਸ ਪ੍ਰੋਬਲਮਸ ਆਰ ਹੈਂਡਲਡ। ਸੰਯੁਕਤ ਰਾਸ਼ਟਰ ਦੀ ਜੋ ਯੂਟਿਲਿਟੀ ਹੈ ਉਸ ਦਾ ਮੁਲਾਂਕਣ, ਉਸ ਨੂੰ ਜੱਜ ਕੀਤਾ ਜਾਵੇਗਾ ਕਿ ਹਾਊ ਥੀਸ ਪ੍ਰੋਬਲਮਸ ਆਰ ਹੈਂਡਲਡ, ਕਿ ਇਹਨਾਂ ਸਮੱਸਿਆਵਾਂ ਨਾਲ ਕਿਵੇਂ ਹੈਂਡਲ ਕੀਤਾ ਜਾਵੇਗਾ, ਇਹਨਾਂ ਸਮੱਸਿਆਵਾਂ ਦਾ ਹੱਲ ਕਿਵੇਂ ਕੱਢਿਆ ਜਾਂਦਾ ਹੈ। The United Nations was founded in the name of common people। ਸੰਯੁਕਤ ਰਾਸ਼ਟਰ ਸੰਘ ਨੂੰ ਸਧਾਰਨ ਲੋਕਾਂ ਦੇ ਨਾਮ ਤੇ ਸਥਾਪਿਤ ਕੀਤਾ ਗਿਆ ਸੀ। ਇਸ ਲਈ ਇਟ ਮਸਟ ਲਿਸਨ, ਇਸ ਲਈ ਇਹ ਜ਼ਰੂਰ ਲਿਸਨ ਕਰਨਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ ਕਿ ਲੋਕ ਕੀ ਕਹਿ ਰਹੇ ਹਨ। ਟੂ ਵਾਟ ਦੀ ਪੀਪਲ ਆਰ ਸੇਇੰਗ। ਆਵਰ ਪਾਸਟ ਅਚੀਵਮੈਂਟਸ ਆਰ ਨਾਟ ਅਨਫ। ਸਾਡੀਆਂ ਪਹਿਲਾਂ ਦੀਆਂ ਪ੍ਰਾਪਤੀਆਂ ਕਾਫੀ ਨਹੀਂ ਹਨ। ਵੀ ਮਸਟ ਡੂ ਮੋਰ ਐਂਡ ਡੂ ਇਟ ਬੈਟਰ। ਸਾਨੂੰ ਜ਼ਰੂਰੀ ਹੋਰ ਜ਼ਿਆਦਾ ਕੰਮ ਕਰਨਾ ਹੈ ਔਰ ਵਧੀਆ ਤਰੀਕੇ ਨਾਲ ਕੰਮ ਕਰਨਾ ਹੈ। ਥੈਂਕਸ।